ਨਗਰ ਨਿਗਮ ਦਾ ਵੱਡਾ ਦਾਅਵਾ। ਲੁਧਿਆਣਾ ਦੀ ਸੜਕਾਂ ਤੇ ਪਿਛਲੇ 5 ਸਾਲਾਂ ਵਿੱਚ ਖਰਚ ਕੀਤੇ 399 ਕਰੋੜ। ਸੜਕਾਂ ਦੀ ਮੁਰੰਮਤ ਤੇ ਹੀ ਖਰਚ ਕੀਤੇ 212 ਕਰੋੜ। 177 ਕਰੋੜ ਖਰਚ ਕਰ ਬਣਾਈਆਂ ਸ਼ਹਿਰ ਵਿੱਚ ਨਵੀਆਂ ਸੜਕਾਂ। ਸੜਕਾਂ ਤੇ ਖਰਚ ਨੂੰ ਲੈ ਕੇ ਆਰਟੀਆਈ ਦੇ ਵਿੱਚ ਹੋਇਆ ਅਹਿਮ ਖੁਲਾਸਾ। ਮੰਨ ਲਓ ਮੈਂ ਨਵੀਂ ਸ਼ਰਟ ਸਵਾਈ, ਨਵੀਂ ਸ਼ਰਟ ਤਾਂ ਮੇਰੀ ਸੀਤੀ ਗਈ 200 ਰੁਪਏ ਦੀ, ਤੇ ਜਦੋਂ ਕਿਤੋਂ ਫਟ ਗਈ ਤੇ ਮੈਂ ਉਹਦੀ ਸਿਲਾਈ ਕਰਾਉਣ ਦੇ ਲਈ 250 ਰੁਪਈਆ ਜਾਂ 300 ਰੁਪਈਆ ਖਰਚ ਕਰ ਦਿੱਤਾ। ਇਹ ਇੱਕ ਸੈੱਟ ਐਗਜ਼ਾਮਪਲ ਆ। ਇੱਕ ਆਮ ਇਨਸਾਨ ਨੂੰ ਜਦੋਂ ਇੱਕ ਨੋਟਿਸ ਨਿਕਲ ਜਾਂਦਾ ਨਾ, ਮੁੜ ਕੇ ਫਿਰ ਉਹਨੂੰ ਅੱਖਾਂ ਕੱਢਦੇ ਆ ਵੀ ਤੂੰ ਜਵਾਬ ਨਹੀਂ ਦਿੱਤਾ ਤੁਸੀਂ। ਹੁਣ 7 ਨੋਟਿਸ ਇਹਨਾਂ ਨੂੰ ਨਿਕਲ ਗਏ, ਉਹਦਾ ਮਤਲਬ ਜਾਇਜ਼ ਕਰ ਲਏ ਇਹਨਾਂ ਨੇ। ਮੈਂ ਇਹ ਦਾਅਵੇ ਨਾਲ ਇੱਕ ਪੂਰੀ ਜ਼ਿੰਮੇਵਾਰੀ ਨਾਲ ਗੱਲ ਕਹਿ ਦਿੰਦਾ ਕਿ ਇਹ ਲੁਧਿਆਣਾ ਮਿਊਨਿਸਪਲ ਕਾਰਪੋਰੇਸ਼ਨ ਦਾ ਸਭ ਤੋਂ ਵੱਡਾ ਘੁਟਾਲਾ ਹੋਏਗਾ ਅੱਜ ਤੱਕ ਦਾ। ਤੁਸੀਂ ਠੀਕ ਹੋ, ਤੁਸੀਂ ਨਹੀਂ ਕੋਈ ਗਲਤ ਕੀਤਾ, ਤੁਸੀਂ ਫਰੰਟ ਫੁੱਟ ਤੇ ਆ ਕੇ ਕਹੋ ਤੁਸੀਂ ਨਹੀਂ ਕੋਈ ਗਲਤ ਕੀਤਾ, ਰਿਕਾਰਡ ਦਿਖਾਓ। ਤੁਸੀਂ ਭੱਜਦੇ ਕਿਉਂ ਪਏ ਹੋ? 7 ਚਿੱਠੀਆਂ ਕੱਢਣ ਦੀ ਤੁਹਾਨੂੰ ਕਿਉਂ ਲੋੜ ਪੈ ਰਹੀ ਆ? ਮੈਨੂੰ ਇੱਕ ਵੀ ਐਮਐਲਏ, ਮੰਤਰੀ, ਮੈਂਬਰ ਪਾਰਲੀਮੈਂਟ, ਕਿਸੇ ਕਾਉਂਸਲਰ ਨੇ ਅੱਜ ਤੱਕ ਮੇਰਾ ਇਸ ਮੈਟਰ ਦੇ ਵਿੱਚ ਸਾਥ ਨਹੀਂ ਦਿੱਤਾ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਕਲਪਨਾ ਮੌਰਿਆ। ਜੇਕਰ ਲੁਧਿਆਣੇ ਸ਼ਹਿਰ ਦੀ ਗੱਲ ਕਰਾਂ ਤੇ ਇੱਕ ਤਾਂ ਲੁਧਿਆਣਾ ਸ਼ਹਿਰ ਆਪਣੀ ਇੰਡਸਟਰੀ ਕਰਕੇ ਪੂਰੇ ਦੇਸ਼ ਭਰ ਦੇ ਵਿੱਚ ਜਿਹੜਾ ਹੈ ਜਾਣਿਆ ਜਾਂਦਾ ਹੈ, ਤੇ ਉੱਥੇ ਦੂਜੇ ਪਾਸੇ ਆਪਣੀ ਸੜਕਾਂ ਕਰਕੇ ਪੂਰੇ ਪੰਜਾਬ ਦੇ ਵਿੱਚ ਮਸ਼ਹੂਰ ਹੈ। ਜੀ ਹਾਂ, ਜੋ ਸੜਕਾਂ ਦੇ ਹਾਲਾਤ ਨੇ ਉਸ ਦੇ ਕਰਕੇ ਲੁਧਿਆਣਾ ਵਾਸੀ ਵੀ ਜਿਹੜੇ ਨੇ ਕਾਫੀ ਹੱਦ ਤੱਕ ਖੱਜਲ ਖੁਆਰ ਨੇ। ਜਿਸ ਤਰੀਕੇ ਨਾਲ ਸੜਕਾਂ ਦੇ ਬੱਤਰ ਹਾਲਾਤ ਦੇਖਣ ਨੂੰ ਮਿਲਦੇ ਨੇ ਤੇ ਪੰਜਾਬ ਵਾਸੀ ਵੀ ਜਦ ਲੁਧਿਆਣੇ ਦੇ ਵਿੱਚ ਪਹੁੰਚਦੇ ਨੇ ਤੇ ਉਹਨਾਂ ਦੇ ਮੂੰਹ ਦੇ ਵਿੱਚੋਂ ਵੀ ਜਿਹੜੀ ਇਹੀ ਗੱਲ ਨਿਕਲਦੀ ਹੈ ਕਿ ਲੁਧਿਆਣਾ ਨੂੰ ਸਮਾਰਟ ਸਿਟੀ ਤਾਂ ਕਿਹਾ ਜਾਂਦਾ ਹੈ, ਪਰ ਪਿਛਲੇ ਕਈ ਸਾਲਾਂ ਦੇ ਵਿੱਚ ਲੁਧਿਆਣਾ ਸ਼ਹਿਰ ਦੀਆਂ ਸੜਕਾਂ ਜਿਹੜੀਆਂ ਨੇ ਉਹ ਸਮਾਰਟ ਨਹੀਂ ਬਣ ਪਾਈਆਂ। ਪਰ ਇਸ ਦੇ ਨਾਲ ਹੀ ਜੋ ਡੇਟਾ ਨਿਕਲ ਕੇ ਸਾਹਮਣੇ ਆਂਦਾ ਹੈ ਕਿ ਨਗਰ ਨਿਗਮ ਵੱਲੋਂ ਹੀ ਜੋ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ, ਇੱਕ ਆਰਟੀਆਈ ਐਕਟਿਵਿਸਟ ਰੋਹਿਤ ਸਬਰਵਾਲ ਵੱਲੋਂ ਪਾਈ ਜਾਂਦੀ ਹੈ, ਤੇ ਉਸ ਦੇ ਵਿੱਚੋਂ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਪਿਛਲੇ 5 ਸਾਲਾਂ ਦੇ ਵਿੱਚ ਨਵੀਂ ਸੜਕਾਂ ਬਣਾਉਣ ਤੇ ਜਿਹੜਾ ਹੈ ਲਗਭਗ 177 ਕਰੋੜ ਰੁਪਏ ਖਰਚ ਕੀਤੇ ਗਏ ਨੇ। ਤੇ ਉੱਥੇ ਦੂਜੇ ਪਾਸੇ ਜੇ ਸੜਕਾਂ ਦੀ ਮੇਨਟੇਨੈਂਸ ਦੀ ਗੱਲ ਕਰੀਏ ਕਿ ਸੜਕਾਂ ਟੁੱਟੀਆਂ ਨੇ, ਉਸ ਤੇ ਪੈਚ ਵਰਕ ਕੀਤਾ ਗਿਆ ਹੈ, ਉਸ ਦੀ ਮੁਰੰਮਤ ਕੀਤੀ ਗਈ ਹੈ, ਤੇ ਉਸ ਤੇ ਜਿਹੜਾ ਹੈ 212 ਕਰੋੜ। ਬਿਲਕੁਲ ਨਵੀਂ ਸੜਕਾਂ ਤੇ 177 ਕਰੋੜ ਤੇ ਪੁਰਾਣੀ ਜਿਹੜੀ ਜੇ ਆਪਾਂ ਪੁਰਾਣੀ ਸੜਕਾਂ ਦੀ ਮੇਨਟੇਨੈਂਸ ਦੀ ਗੱਲ ਕਰੀਏ, ਪੈਚ ਵਰਕ ਦੀ ਗੱਲ ਕਰੀਏ, ਤੇ ਉਸ ਤੇ 212 ਕਰੋੜ ਖਰਚ ਕੀਤੇ ਗਏ ਨੇ। ਤੇ ਇੰਨੇ ਕਰੋੜ ਰੁਪਏ ਖਰਚਣ ਤੋਂ ਬਾਵਜੂਦ ਜੇ ਲੁਧਿਆਣਾ ਸ਼ਹਿਰ ਦੀ ਸੜਕਾਂ ਦਾ ਇਹੋ ਜਿਹਾ ਹਾਲ ਹੋਵੇ ਤੇ ਸਵਾਲ ਖੜਾ ਹੋਣਾ ਲਾਜ਼ਮੀ ਹੋ ਜਾਂਦਾ ਹੈ। ਇਸੇ ਚੀਜ਼ ਨੂੰ ਲੈ ਕੇ ਲਗਾਤਾਰ ਸਵਾਲ ਵੀ ਖੜੇ ਹੋ ਰਹੇ ਨੇ, ਪਰ ਸਭ ਤੋਂ ਪਹਿਲਾਂ ਲੁਧਿਆਣਾ ਵਾਸੀਆਂ ਨੂੰ ਇਹ ਅਪੀਲ ਹੈ ਕਿ ਉਹ ਵੀ ਜਿਹੜੇ ਜੋ ਸ਼ਹਿਰ ਦੀ ਸੜਕਾਂ ਦੇ ਹਾਲਾਤ ਨੇ ਉਸ ਨੂੰ ਲੈ ਕੇ ਉਹਨਾਂ ਦੀ ਕੀ ਰਾਏ ਉਹ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਕਰਕੇ ਜ਼ਰੂਰ ਦੱਸਣ। ਤੇ ਜਿਹੜੇ ਆંકੜੇ ਉਹਨਾਂ ਨੇ ਸੁਣੇ ਹੈ ਜੇ ਉਹ ਵੀ ਹੈਰਾਨ ਹੋ ਗਏ ਨੇ, ਤੇ ਇਸ ਵੀਡੀਓ ਨੂੰ ਜਿਹੜਾ ਹੈ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕੀਤਾ ਜਾਵੇ ਤੇ ਆਪਣੀ ਰਾਏ ਜ਼ਰੂਰ ਦਿੱਤੀ ਜਾਵੇ ਕਿ ਕੀ ਲੱਗਦਾ ਹੈ ਕਿ ਜਿਹੜੇ ਕਰੋੜਾਂ ਰੁਪਏ ਦੀ ਗੱਲ ਹੋ ਰਹੀ ਹੈ, ਕਾਗਜ਼ਾਂ ਤੇ ਗੱਲ ਹੋ ਰਹੀ ਹੈ, ਕੀ ਅਸਲ ਦੇ ਵਿੱਚ ਲੱਗਦਾ ਹੈ ਕਿ ਲੁਧਿਆਣਾ ਸ਼ਹਿਰ ਦੀ ਸੜਕਾਂ ਤੇ ਉਹਨੇ ਕਰੋੜ ਰੁਪਏ ਖਰਚ ਕੀਤੇ ਗਏ ਨੇ। ਬਿਲਕੁਲ ਇਸ ਦੇ ਨਾਲ ਹੀ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਰਟੀਆਈ ਐਕਟਿਵਿਸਟ ਰੋਹਿਤ ਸਬਰਵਾਲ ਜੀ ਨਾਲ ਹੀ ਗੱਲਬਾਤ ਕਰ ਲੈਂਦੇ ਹਾਂ, ਜਿਨ੍ਹਾਂ ਵੱਲੋਂ ਆਰਟੀਆਈ ਪਾਈ ਗਈ। ਉਸ ਤੋਂ ਬਾਅਦ ਜਿਹੜੀ ਹੈ ਨਗਰ ਨਿਗਮ ਵੱਲੋਂ ਹੀ ਜੋ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਉਸ ਤੇ ਜਿਹੜੇ ਆંકੜੇ ਨਿਕਲ ਕੇ ਸਾਹਮਣੇ ਆਏ। ਸਰ, ਦੇਖਿਆ ਜਾਵੇ ਸਭ ਤੋਂ ਪਹਿਲਾਂ ਆਪਣੇ ਆਪ ਦੇ ਵਿੱਚ ਹੀ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਕਿ ਨਵੀਂ ਸੜਕਾਂ ਬਣਾਉਣ ਤੇ 177 ਕਰੋੜ ਰੁਪਏ ਤੇ ਪੁਰਾਣੀ ਸੜਕਾਂ ਦੀ ਮੁਰੰਮਤ ਤੇ 212 ਕਰੋੜ, ਇਹ ਕਿੰਨਾ ਕੁ ਜਿਹੜਾ ਜਾਇਜ਼ ਲੱਗਦਾ ਹੈ, ਜਸਟੀਫਾਈਡ ਲੱਗਦਾ ਹੈ? ਜਸਟੀਫਾਈਡ ਇਸ ਤਰ੍ਹਾਂ ਮੈਡਮ, ਮੰਨ ਲਓ ਮੈਂ ਨਵੀਂ ਸ਼ਰਟ ਸਵਾਈ, ਨਵੀਂ ਸ਼ਰਟ ਤਾਂ ਮੇਰੀ ਸੀਤੀ ਗਈ 200 ਰੁਪਏ ਦੀ, ਤੇ ਜਦੋਂ ਕਿਤੋਂ ਫਟ ਗਈ ਤੇ ਮੈਂ ਉਹਦੀ ਸਿਲਾਈ ਕਰਾਉਣ ਦੇ ਲਈ 250 ਰੁਪਈਆ ਜਾਂ 300 ਰੁਪਈਆ ਖਰਚ ਕਰ ਦਿੱਤਾ। ਇਹ ਇੱਕ ਸੈੱਟ ਐਗਜ਼ਾਮਪਲ ਆ। ਇਸ ਮਾਮਲੇ ਦੇ ਵਿੱਚ ਜਿਹੜੀ ਇਹਨਾਂ ਦੀ ਵਿਭਾਗ ਦੀ ਵਿਜੀਲੈਂਸ ਹੈ, ਲੋਕਲ ਬਾਡੀ ਡਿਪਾਰਟਮੈਂਟ ਦੀ ਸਟੇਟ ਡਿਪਾਰਟਮੈਂਟਲ ਵਿਜੀਲੈਂਸ ਹੈ, ਉਹ ਇਹਨਾਂ ਨੂੰ ਮੈਡਮ 7 ਪੱਤਰ ਚਿੱਠੀਆਂ ਲਿਖ ਚੁੱਕੀ, 7 ਚਿੱਠੀਆਂ ਲਿਖ ਚੁੱਕੀ ਹੈ ਵੀ ਤੁਸੀਂ ਰਿਕਾਰਡ ਦਿਓ। ਤੁਸੀਂ ਹੁਣ ਸਵਾਲ ਇਹ ਹੈ ਕਿ ਕਮਿਸ਼ਨਰ ਕਾਰਪੋਰੇਸ਼ਨ ਨੂੰ 7 ਚਿੱਠੀਆਂ ਲੋਕਲ ਬਾਡੀ ਡਿਪਾਰਟਮੈਂਟ ਲਿਖ ਚੁੱਕਾ ਹੈ, ਔਰ ਕਮਿਸ਼ਨਰ ਸਾਹਿਬ ਨੇ ਥੱਲੇ ਮਾਰਕ ਕਰ ਦਿੱਤੀਆਂ ਹੋਣਗੀਆਂ ਸੰਬੰਧਿਤ ਅਫਸਰਾਂ ਨੂੰ ਵੀ ਜਵਾਬ ਦਿਓ, ਇਹਦਾ ਜੋ ਵੀ ਬਣਦਾ ਦੇਣਾ ਤਾਂ ਪੈਣਾ ਹੈ, ਪਬਲਿਕ ਦਾ ਪੈਸਾ ਹੈ। ਤੇ ਇਹ ਜਵਾਬ ਨਹੀਂ ਦੇ ਰਹੇ ਹੈਗੇ।
ਮੇਜਰਮੈਂਟ ਬੁੱਕਾਂ ਦੇ ਵਿੱਚ ਪ੍ਰੋਪਰ ਰਿਕਾਰਡ ਮੇਨਟੇਨ ਕਰਨਾ ਬਣਦਾ ਹੈ ਕਿ ਕਿਹੜੀ ਸੜਕ ਦੇ ਉੱਤੇ ਕਿੰਨਾ ਮਾਲ ਖਰਚ ਹੋਇਆ, ਪੈਚ ਕਿੱਦਾਂ, ਸਾਰਾ ਡੇਟ ਵਾਈਜ਼ ਔਰ ਇਹਨਾਂ ਨੂੰ ਰੱਖਣਾ ਪੈਣਾ ਰਿਕਾਰਡ। ਇਹਨਾਂ ਨੇ ਰਿਕਾਰਡਸ ਮੇਰੇ ਹਿਸਾਬ ਦੇ ਨਾਲ ਪੂਰੇ ਨਹੀਂ ਰੱਖੇ ਹੋਏ। ਇੱਕ ਆਮ ਇਨਸਾਨ ਨੂੰ ਜਦੋਂ ਇੱਕ ਨੋਟਿਸ ਨਿਕਲ ਜਾਂਦਾ ਨਾ, ਮੁੜ ਕੇ ਫਿਰ ਉਹਨੂੰ ਆਖਦਾ ਅੱਖਾਂ ਕੱਢਦੇ ਆ ਵੀ ਤੂੰ ਜਵਾਬ ਨਹੀਂ ਦਿੱਤਾ ਤੁਸੀਂ। ਹੁਣ 7 ਨੋਟਿਸ ਇਹਨਾਂ ਨੂੰ ਨਿਕਲ ਗਏ, ਉਹਦਾ ਮਤਲਬ ਜਾਇਜ਼ ਕਰ ਲਏ ਇਹਨਾਂ ਨੇ ਵੀ ਤੁਸੀਂ ਦੱਸੋ 212 ਕਰੋੜ ਰੁਪਈਆ ਕਿੱਥੇ ਲਾਤਾ, ਕਿਹੜੀਆਂ ਲੁਧਿਆਣੇ ਦੀਆਂ ਸੜਕਾਂ ਤੁਸੀਂ ਕਿੰਨੀਆਂ ਸੜਕਾਂ ਰਿਪੇਅਰ ਕੀਤੀਆਂ, ਕਿੱਥੇ ਤੁਸੀਂ ਕਿਹੜੇ ਪੈਚ ਲਾਤੇ। ਅਕਸਰ ਨੂੰ ਅਸੀਂ ਜਿਹੜਾ ਟੈਕਸ ਪੇ ਕਰ ਰਹੇ ਹਾਂ, ਕੋਈ ਪ੍ਰਾਪਰਟੀ ਟੈਕਸ ਪੇ ਕਰ ਰਹੇ ਹਾਂ, ਕੋਈ ਪਾਣੀ ਸੀਵਰੇਜ ਦਾ ਬਿੱਲ ਪੇ ਕਰ ਰਹੇ ਹਾਂ, ਉਹ ਇਸ ਵਾਸਤੇ ਥੋੜ੍ਹੀ ਪੇ ਕਰ ਰਹੇ ਹਾਂ ਵੀ ਤੁਸੀਂ ਖਾ ਜਾਓ। ਅਸੀਂ ਇਸ ਵਾਸਤੇ ਪੇ ਕਰ ਰਹੇ ਹਾਂ ਵੀ ਉਹ ਸਾਡੇ ਸ਼ਹਿਰ ਦੀ ਬਿਊਟੀਫਿਕੇਸ਼ਨ ਪਿੱਛੇ ਲੱਗੇ। ਔਰ ਮੈਂ ਇਹ ਦਾਅਵੇ ਨਾਲ ਇੱਕ ਪੂਰੀ ਜ਼ਿੰਮੇਵਾਰੀ ਨਾਲ ਗੱਲ ਕਹਿ ਦਿੰਦਾ ਕਿ ਇਹ ਲੁਧਿਆਣੇ ਮਿਊਨਿਸਪਲ ਕਾਰਪੋਰੇਸ਼ਨ ਦਾ ਸਭ ਤੋਂ ਵੱਡਾ ਘੁਟਾਲਾ ਹੋਏਗਾ ਅੱਜ ਤੱਕ ਦਾ, ਕਿਉਂਕਿ ਸ਼ਹਿਰ ਦੇ ਵਿੱਚ ਕਿਸੇ ਨੂੰ ਪੁੱਛ ਲਓ, ਇਹ 1 ਅਪ੍ਰੈਲ 2015 ਤੋਂ ਲੈ ਕੇ 31 ਮਾਰਚ 2020 ਤੱਕ ਦਾ 212 ਕਰੋੜ ਰੁਪਈਆ 5 ਸਾਲ ਦੇ ਵਿੱਚ ਜਿਹੜਾ ਇਹ ਕਲੇਮ ਕਰਦੇ ਪਏ ਅਸੀਂ ਸੜਕਾਂ ਦੀ ਟਾਕੀਆਂ ਲਾਉਣ 'ਤੇ ਜਾਂ ਸੜਕਾਂ ਦੇ ਪੈਚਾਂ 'ਤੇ ਜਾਂ ਮੇਨਟੇਨੈਂਸ 'ਤੇ ਖਰਚ ਦਿੱਤਾ। ਸ਼ਹਿਰ ਦੇ ਕਿਸੇ ਬੰਦੇ ਨੂੰ ਨਜ਼ਰ ਨਹੀਂ ਆਇਆ। ਹਰ ਬੰਦਾ ਇਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਬੋਲ ਰਿਹਾ ਆ। ਫਿਰ ਅਗਲੀ ਗੱਲ ਇਹ ਹੈ ਕਿ ਮੈਂ ਹੁਣ ਇਹਨਾਂ ਨੂੰ ਇਨਫੋਰਮੇਸ਼ਨ ਮੰਗ ਰਿਹਾ ਵੀ 1 ਅਪ੍ਰੈਲ 2020 ਤੋਂ ਲੈ ਕੇ ਜੁਲਾਈ 2021 ਤੱਕ ਜੋ 1 ਸਾਲ 2-3 ਮਹੀਨੇ ਦਾ ਟਾਈਮ ਹੈ, ਉਹਦੇ 'ਚ ਕਿੰਨੇ ਪੈਸੇ ਤੁਸੀਂ ਮੇਨਟੇਨੈਂਸ 'ਤੇ ਖਰਚ ਕੀਤੇ, ਨਵੀਆਂ ਸੜਕਾਂ 'ਤੇ ਕਿੰਨੇ ਖਰਚ ਕੀਤੇ, ਉਹਦਾ ਵੀ ਦੇਖੋ ਹਜੇ ਤੱਕ ਮੈਨੂੰ ਕੋਈ ਜਵਾਬ ਨਹੀਂ ਦਿੱਤਾ। ਮੇਰਾ ਖਿਆਲ ਆ 18-19 ਜੁਲਾਈ ਦੀ ਮੈਂ ਐਪਲੀਕੇਸ਼ਨ ਪਾਈ ਹੋਈ ਆ ਅਤੇ ਅੱਜ ਸਤੰਬਰ ਆ ਗਈ, ਫਸਟ ਅਪੀਲ ਵੀ ਪੈ ਗਈ ਉਹਦੇ ਵਿੱਚ। ਕੀ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਵੀ ਸ਼ਹਿਰ ਦੇ ਵਿੱਚ ਇੱਕ ਲੋਕਤੰਤਰ ਦੇ ਹਿਸਾਬ ਨਾਲ ਤੁਹਾਡੇ ਤੋਂ ਬੰਦਾ ਸਵਾਲ ਕਰ ਰਿਹਾ, ਤੁਸੀਂ ਦੱਸੋ, ਦੱਸਣ 'ਚ ਕਿਉਂ ਗਰੇਜ਼ ਕਰ ਰਹੇ ਹੋ? ਤੁਸੀਂ ਠੀਕ ਹੋ, ਤੁਸੀਂ ਨਹੀਂ ਕੋਈ ਗਲਤ ਕੀਤਾ, ਤੁਸੀਂ ਫਰੰਟ ਫੁੱਟ 'ਤੇ ਆ ਕੇ ਕਹੋ ਤੁਸੀਂ ਨਹੀਂ ਕੋਈ ਗਲਤ ਕੀਤਾ, ਰਿਕਾਰਡ ਦਿਖਾਓ। ਤੁਸੀਂ ਭੱਜਦੇ ਕਿਉਂ ਪਏ ਹੋ? 7-7 ਚਿੱਠੀਆਂ ਕੱਢਣ ਦੀ ਤੁਹਾਨੂੰ ਕਿਉਂ ਲੋੜ ਪੈ ਰਹੀ ਆ? ਹਿਸਾਬ ਨਾਲ ਜਿਹੜਾ ਹੈ ਰਿਕਾਰਡ ਨਹੀਂ ਦਿੱਤਾ ਜਾ ਰਿਹਾ, ਲਗਾਤਾਰ ਇਹਨਾਂ ਤੋਂ ਜਿਹੜੀ ਹੈ ਮੰਗ ਕੀਤੀ ਜਾ ਰਹੀ ਹੈ ਤੇ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਆਮ ਜਨਤਾ ਦੇ ਮਨ ਦੇ ਵਿੱਚ ਵੀ ਇਹੀ ਸਵਾਲ ਆਏਗਾ। ਦੇਖਿਆ ਜਾਵੇ ਕਰੋੜਾਂ ਰੁਪਏ ਦੀ ਗੱਲ ਹੋ ਰਹੀ ਹੈ, ਮੇਨਟੇਨੈਂਸ ਵਾਲੀ ਸੜਕਾਂ ਤੇ ਵੀ ਜੇ ਗੱਲ ਹੋ ਰਹੀ ਹੈ ਕਈ ਸੌ ਕਰੋੜਾਂ ਦੀ, ਬਿਲਕੁਲ, ਕਿਉਂਕਿ ਅਗਰ 212 ਤੇ 177 ਕਰੋੜ ਦੋਨਾਂ ਨੂੰ ਮਿਲਾ ਕੇ ਦੇਖਿਆ ਜਾਵੇ ਤੇ ਕਈ ਸੌ ਕਰੋੜਾਂ ਦੀ ਗੱਲ ਹੋ ਰਹੀ ਹੈ। ਤੇ ਉਸ ਦੇ ਬਾਵਜੂਦ ਕਿ ਇਹ ਫਿਰ ਤਾਂ ਇਹੀ ਗੱਲ ਹੋਗੀ ਕਿ ਜਿਹੜੇ ਸੜਕਾਂ ਦੇ ਹਾਲਾਤ ਉਹੀ ਨੇ, ਤੇ ਯਾਨੀ ਕਿ ਕਿਤੇ ਨਾ ਕਿਤੇ ਸਿਰਫ ਕਾਗਜ਼ੀ ਤੌਰ ਤੇ ਦਰਸਾਇਆ ਜਾ ਰਿਹਾ ਹੈ ਕਿ ਅਸੀਂ ਜਿਹੜਾ ਹੈ ਸੜਕਾਂ ਦੀ ਮੁਰੰਮਤ ਕਰ ਰਹੇ ਹਾਂ, ਨਵੀਂ ਸੜਕਾਂ ਬਣਾ ਰਹੇ, ਯਾਨੀ ਸਿਰਫ ਕਾਗਜ਼ਾਂ ਤੇ ਦਰਸਾਇਆ ਜਾ ਰਿਹਾ ਕਿ ਅਸੀਂ ਸੜਕਾਂ ਤੇ ਖਰਚ ਰਹੇ ਪਰ ਖਰਚ ਨਹੀਂ ਕੀਤਾ ਜਾ ਰਿਹਾ। ਇਹੀ ਮਤਲਬ ਹੈ ਇਸ ਦਾ। ਮੈਡਮ ਫਿਰ ਤਾਂ ਅਸੀਂ ਤਾਂ ਕਹਿੰਦੇ ਫਿਰ ਤੁਸੀਂ ਇਦਾਂ ਕਰੋ, ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਹੈਗੀ, ਤੁਸੀਂ ਖਰਚਾ ਪਾਓ, ਪੈਸੇ ਵਿਡਰਾ ਕਰੋ, ਲੈ ਜਾਓ ਘਰੇ। ਫਿਰ ਲੋੜ ਕੀ ਹੈਗੀ ਤੁਹਾਨੂੰ ਇਹਦੇ ਵਿੱਚ ਇੰਨੀ ਡਰਾਮੇਬਾਜ਼ੀ ਕਰਨ ਦੀ ਵੀ ਅਸੀਂ ਫਲਾਣੀ ਸੜਕ ਤੇ ਇੰਨੇ ਪੈਸੇ ਲਾਤੇ, ਡਿਵੈਲਪਮੈਂਟ ਤੇ ਇੰਨੇ ਲਾਤੇ। ਮੈਂ ਸਵਾਲ ਕਰਦਾ, ਅੱਜ 212 ਕਰੋੜ ਰੁਪਏ ਦਾ ਮਸਲਾ ਚੁੱਕੇ ਨੂੰ ਮੈਨੂੰ 6 ਮਹੀਨੇ ਹੋ ਗਏ। ਮੈਨੂੰ ਇੱਕ ਵੀ ਐਮਐਲਏ, ਮੰਤਰੀ, ਮੈਂਬਰ ਪਾਰਲੀਮੈਂਟ, ਕਿਸੇ ਕਾਉਂਸਲਰ ਨੇ ਅੱਜ ਤੱਕ ਮੇਰਾ ਇਸ ਮੈਟਰ ਦੇ ਵਿੱਚ ਸਾਥ ਨਹੀਂ ਦਿੱਤਾ। ਕਦੇ ਇਹ ਨਹੀਂ ਕਿਹਾ ਵੀ ਹਾਂ ਤੇਰੀ ਕੰਪਲੇਂਟ ਜਾਇਜ਼ ਆ, ਅਸੀਂ ਵੀ ਇਹਨਾਂ ਨੂੰ ਡੀਓ ਲਿਖਦੇ ਆ ਆਪਦੇ ਲੈਟਰ ਪੈਡ ਤੇ ਵੀ ਇਹ ਮਾਮਲਾ ਸਸਪੀਸ਼ੀਅਸ ਹੁੰਦਾ ਜਾ ਰਿਹਾ। ਮੈਨੂੰ ਇੱਕ ਗੱਲ ਦੱਸਣ, ਚਾਹੇ ਉਹ ਕਾਂਗਰਸ ਪਾਰਟੀ ਦੇ ਨੇ, ਚਾਹੇ ਉਹ ਅਕਾਲੀ ਦਲ ਵਾਲੇ ਨੇ, ਆਮ ਆਦਮੀ ਪਾਰਟੀ ਵਾਲੇ ਨੇ, ਕੋਈ ਬੋਲਦਾ ਹੀ ਨਹੀਂ ਪਿਆ ਇਸ ਮੈਟਰ ਦੇ ਉੱਤੇ। ਕੋਈ ਪੋਲੀਟੀਕਲ ਪਾਰਟੀ ਦਾ ਕੋਈ ਨੁਮਾਇੰਦਾ ਨਹੀਂ ਬੋਲ ਰਿਹਾ। ਕੀ ਸਮੱਸਿਆ? ਜਦੋਂ ਗੱਲ ਸਾਹਮਣੇ ਆ ਗਈ, ਤੁਸੀਂ ਇਸ ਇਸ਼ੂ ਨੂੰ ਛੱਡੋ ਕਿ ਇਹ ਇਸ਼ੂ ਨੂੰ ਮੈਂ ਰੇਸ ਕੀਤਾ, ਇਸ ਗੱਲ ਨੂੰ ਭੁੱਲ ਜਾਓ। ਤੁਸੀਂ ਇਸ਼ੂ ਦੇਖੋ ਕਿ ਇਹ ਪਬਲਿਕ ਦੇ ਪੈਸਿਆਂ ਦੀ ਗੱਲ ਹੋ ਰਹੀ ਆ। ਅੱਜ ਜੇ ਉਹ 350 ਕਰੋੜ ਦਾ ਕੋਈ 95 ਕਰੋੜ 'ਚ ਵਿਕ ਗਿਆ, ਉਹਦਾ ਰੌਲਾ ਪਈ ਜਾਂਦਾ, ਉਹ ਕਈ ਸੌ ਕਰੋੜ ਦਾ ਮਸਲਾ। ਉਹ ਭਾਈ ਇਹ ਵੀ ਤਾਂ ਕਈ ਸੌ ਕਰੋੜ ਦਾ ਮਸਲਾ ਹੈ। ਤੁਹਾਡੀ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਪੋਲੀਟੀਕਲ ਪਾਰਟੀਆਂ ਦੀ ਵੀ ਇਸ ਮੈਟਰ ਦੇ ਵਿੱਚ ਇੰਟਰਵੀਨ ਕਰਨ, ਲੀਡਰ ਸਾਹਿਬਾਨ, ਔਰ ਇਹਨਾਂ ਨੂੰ ਉਹ ਵੀ ਸਵਾਲ ਕਰਨ, ਕਿਉਂਕਿ ਉਹਨਾਂ ਦੀ ਤਾਂ ਇਹ ਰਿਸਪੌਂਸਿਬਿਲਿਟੀ ਬਣਦੀ ਹੈ ਪਬਲਿਕ ਦੇ ਪ੍ਰਤੀ, ਕਾਉਂਸਲਰ ਸਾਹਿਬਾਨ ਦੀ, ਐਮਐਲਏ ਸਾਹਿਬਾਨ ਦੀ, ਐਮਪੀ ਸਾਹਿਬਾਨ ਦੀ। ਕਿਸੇ ਨੇ ਕੁਝ ਨਹੀਂ ਕੀਤਾ ਮੈਡਮ ਇਸ ਮੈਟਰ ਦੇ ਉੱਤੇ। ਕੋਈ ਅੱਜ ਤੱਕ ਕਿਸੇ ਨੇ ਕੋਈ ਬਿਆਨ ਨਹੀਂ ਦਿੱਤਾ, ਕੋਈ ਸਵਾਲ ਨਹੀਂ ਕੀਤਾ ਹੈ ਇਸ ਮੈਟਰ ਤੇ। ਬਾਰ-ਬਾਰ ਗੱਲ ਹੋ ਰਹੀ ਹੈ ਕਿ ਪਬਲਿਕ ਦਾ ਪੈਸਾ, ਪਬਲਿਕ ਦੇ ਪੈਸੇ ਨੂੰ ਇਸ ਤਰੀਕੇ ਨਾਲ ਦਰਸਾਇਆ ਜਾਂਦਾ ਹੈ ਕਿ ਅਸੀਂ ਇੰਨੇ ਸੌ ਕਰੋੜ ਜਿਹੜਾ ਹੈ ਖਰਚ ਰਹੇ ਹਾਂ ਪਬਲਿਕ ਦੀ ਸਹੂਲੀਅਤ ਵਾਸਤੇ, ਪਰ ਜ਼ਮੀਨੀ ਪੱਧਰ ਤੇ ਦੇਖਿਆ ਜਾਵੇ ਤਾਂ ਸਹੂਲੀਅਤ ਤਾਂ ਮਿਲ ਰਹੀ, ਲੋਕਾਂ ਦੇ ਐਕਸੀਡੈਂਟ ਹੋ ਰਹੇ ਹੈ, ਜਾਨ ਮਾਲ ਦਾ ਨੁਕਸਾਨ ਹੋ ਰਿਹਾ ਹੈ, ਸੜਕਾਂ ਦੇ ਹਾਲਾਤ ਉਸੇ ਤਰੀਕੇ ਨਾਲ ਨੇ। ਇਸ ਨੂੰ ਲੈ ਕੇ ਕੀ ਕਹਿਣਾ ਚਾਹੋ? ਮੈਡਮ, ਲੋਕਾਂ ਨੂੰ ਪਹਿਲੀ ਗੱਲ ਤਾਂ ਯਕੀਨ ਨਹੀਂ ਹੋ ਰਿਹਾ ਕਿ 399 ਕਰੋੜ ਰੁਪਈਆ ਖਰਚ ਹੋ ਗਿਆ, 212 ਕਰੋੜ ਰੁਪਈਆ ਸੜਕਾਂ ਦੀਆਂ ਟਾਕੀਆਂ ਲਾਉਣ ਦੇ ਉੱਤੇ ਜਾਂ ਸੜਕਾਂ ਦੇ ਪੈਚਾਂ 'ਤੇ ਲੱਗ ਗਿਆ। ਲੋਕਾਂ ਨੂੰ ਯਕੀਨ ਨਹੀਂ ਹੋ ਰਿਹਾ। ਜਦੋਂ ਅਸੀਂ ਫੇਸਬੁੱਕ 'ਤੇ ਜਾਂ ਸੋਸ਼ਲ ਮੀਡੀਆ 'ਤੇ ਦੱਸਦੇ ਹਾਂ, ਉਹ ਕਈ ਬੰਦੇ ਸਵਾਲ ਕਰਦੇ ਆ ਵੀ ਇਹ ਸੱਚੀ ਇੱਦਾਂ ਹੋ ਗਿਆ। ਉਹ ਸਾਡੇ ਕੋਲੇ ਇਨਫੋਰਮੇਸ਼ਨ ਆਫੀਸ਼ੀਅਲੀ ਆਰਟੀਆਈ ਦੇ ਵਿੱਚ ਰਿਸੀਵਡ ਹੈਗੀ ਆ, ਉਹਨੂੰ ਲਾ ਕੇ ਅਸੀਂ ਕੰਪਲੇਂਟ ਕਰ ਰਹੇ ਹਾਂ। ਉਹਦੇ ਅਗੇਂਸਟ 10 ਵਿਜੀਲੈਂਸ ਨੇ ਚਿੱਠੀਆਂ ਕੱਢੀਆਂ ਨੇ, ਇਹ ਮਾਮਲੇ ਦਾ ਜਵਾਬ ਨਹੀਂ ਦੇ ਰਹੇ। ਉਹਦਾ ਖਮਿਆਜਾ ਸ਼ਹਿਰ ਵਾਸੀਆਂ ਨੂੰ ਭੁਗਤਣਾ ਪੈ ਰਿਹਾ। 4 ਵੀਲਰ ਵਾਲੇ ਦਾ ਤਾਂ ਚਲੋ ਗੱਡੀ ਦਾ ਨੁਕਸਾਨ ਹੋਊਗਾ ਮੈਡਮ, ਉਹਦਾ ਸ਼ੌਕਰ ਟੁੱਟ ਜੂਗਾ,
ਉਹਦੀ ਸਸਪੈਂਸ਼ਨ ਹਿਲ ਜੂਗੀ। 2 ਵੀਲਰ ਵਾਲਾ ਕੀ ਕਰੇਗਾ, ਜਾ ਕੇ ਖੱਡੇ 'ਚ ਵੱਜਦਾ, ਕਿਸੇ ਦੀ ਲੱਤ ਟੁੱਟਦੀ, ਕਿਸੇ ਦੀ ਬਾਂਹ ਟੁੱਟਦੀ, ਕਿਸੇ ਦੇ ਸਿਰ 'ਚ ਵੱਜਦੀ। ਇਹਨਾਂ ਨੂੰ ਕੋਈ ਲੈਣ ਦੇਣ ਥੋੜ੍ਹੀ ਹੈਗਾ। ਕਾਗਜ਼ ਤਾਂ ਇਹਨਾਂ ਨੂੰ ਦੇਣੇ ਪੈਣਗੇ, ਚਾਹੇ ਮੈਨੂੰ ਸਟੇਟ ਇਨਫੋਰਮੇਸ਼ਨ ਦੇ ਥਰੂ ਕਢਵਾਉਣੇ ਪੈਣ, ਚਾਹੇ ਕਢਵਾਉਣ ਹਾਈ ਕੋਰਟ ਦੇ ਥਰੂ ਕਢਵਾਉਣੇ ਪੈਣ। ਕਾਗਜ਼ ਤਾਂ ਮੈਂ ਲੈ ਕੇ ਛੱਡਣੇ ਆ ਇਹਨਾਂ ਕੋਲ, ਔਰ ਸਾਰੇ ਰਿਕਾਰਡ ਦੀ ਓਰੀਜਨਲ ਦੀ ਇੰਸਪੈਕਸ਼ਨ ਮੰਗੀ ਆ। ਜਿੱਦਣ ਇੰਸਪੈਕਸ਼ਨ ਹੋਊਗੀ ਬਕਾਇਦਾ ਮੈਂ ਮੀਡੀਆ ਨੂੰ ਇਨਫੋਰਮ ਕਰਕੇ ਜਾਊਂਗਾ। ਬਿਲਕੁਲ, ਤੇ ਅਸੀਂ ਗੱਲਬਾਤ ਕੀਤੀ ਆਰਟੀਆਈ ਐਕਟਿਵਿਸਟ ਰੋਹਿਤ ਸੱਭਰਵਾਲ ਜੀ ਨਾਲ। ਇੱਕ ਵਾਰੀ ਫਿਰ ਜੋ ਲੁਧਿਆਣਾ ਸ਼ਹਿਰ ਦੀ ਸੜਕਾਂ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਰਹੇ ਨੇ, ਤੁਸੀਂ ਵੀ ਸੁਣ ਕੇ ਲਗਾਤਾਰ ਹੈਰਾਨ ਹੋ ਗਏ ਹੋਵੋਗੇ ਕਿ ਕਿਸ ਤਰੀਕੇ ਨਾਲ ਲੁਧਿਆਣਾ ਦੀ ਸੜਕਾਂ ਨੂੰ, ਸਮਾਰਟ ਸਿਟੀ ਦੀ ਆਪਾਂ ਗੱਲ ਕਰਦੇ ਹਾਂ, ਸਮਾਰਟ ਸਿਟੀ ਦੀ ਜਿਹੜੀ ਸੜਕਾਂ ਦੀ ਗੱਲ ਹੁੰਦੀ ਹੈ ਤੇ ਉਸ ਨੂੰ ਸਮਾਰਟ ਬਣਾਉਣ ਦੇ ਲਈ ਦਾਅਵੇ ਵੱਡੇ ਕੀਤੇ ਜਾ ਰਹੇ ਨੇ, ਪਰ ਉਹ ਦਾਅਵੇ ਕਿਤੇ ਨਾ ਕਿਤੇ ਸਿਰਫ ਕਾਗਜ਼ਾਂ ਤੇ ਹੀ ਨਜ਼ਰ ਆ ਰਹੇ ਨੇ। ਬਿਲਕੁਲ, ਇੱਥੇ ਤੁਸੀਂ ਵੀ ਜ਼ਰੂਰ ਆਪਣੀ ਰਾਏ ਦਿਓ ਕਿ ਲੁਧਿਆਣਾ ਸ਼ਹਿਰ ਦੀ ਸੜਕਾਂ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ। ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਮੈਂ ਕਲਪਨਾ ਮੌਰਿਆ, ਵੇਖਦੇ ਰਹੋ ਦਾ ਸਿਟੀ ਹੈਡਲਾਈਨਸ।